Good morning, students. Library resources and art in education ਦਾ ਟੌਪਿਕ ਕਰਾਂਗੇ ਆਪਾਂ ਹੈਨਰੀ ਫੋਰਸ ਪ੍ਰਿੰਸੀਪਲ ਆਫ ਸਾਇੰਟਿਫਿਕ ਮੈਨੇਜਮੈਂਟ। ਬੇਟੇ ਆਪਾਂ ਮੈਨੇਜਮੈਂਟ ਦੀ ਗੱਲ ਕੀਤੀ ਸੀ ਕਿ ਆਪਾਂ ਲਾਇਬ੍ਰੇਰੀ ਦੀ ਮੈਨੇਜਮੈਂਟ ਕੋਈ ਵੀ ਚੀਜ਼ ਹੈ ਕਿਸੇ ਵੀ ਸੰਸਥਾ ਨੂੰ ਚਲਾਉਣਾ ਹੈ ਜਾਂ ਆਪਾਂ ਘਰ ਦੀ ਗੱਲ ਕਰੀਏ ਕਿਸੇ ਘਰ ਨੂੰ ਚਲਾਉਣਾ ਹੈ ਤਾਂ ਉੱਥੇ ਕਿਸ ਦੀ ਲੋੜ ਪੈਂਦੀ ਹੈ, ਸਾਨੂੰ ਇੱਕ ਮੈਨੇਜਮੈਂਟ ਦੀ ਲੋੜ ਪੈਂਦੀ ਹੈ। ਹਰੇਕ ਦੀ ਮੈਨੇਜਮੈਂਟ ਵੱਖਰੀ ਵੱਖਰੀ ਹੁੰਦੀ ਹੈ। ਇੱਕ ਪ੍ਰਿੰਸੀਪਲ ਚਾਹੀਦਾ ਹੈ, ਟੀਚਰ ਚਾਹੀਦਾ ਹੈ, ਸਟੂਡੈਂਟਸ ਚਾਹੀਦੇ ਨੇ, ਬਿਲਡਿੰਗ ਚਾਹੀਦੀ ਹੈ, ਉਹਨਾਂ ਸਾਰਾ ਦਾ ਅਰੇਂਜਮੈਂਟ ਕਿਸ ਤਰੀਕੇ ਨਾਲ ਕਰਨਾ। ਈਚ ਐਂਡ ਐਵਰੀਥਿੰਗ ਇਜ਼ ਕੰਬਾਈਨਿੰਗ ਇਨ ਇੰਕਲੂਡਿੰਗ ਇਨ ਦਿਸ ਥਿੰਗਸ। ਠੀਕ ਹੈ, ਮੈਨੇਜਮੈਂਟ ਦੇ ਵਿੱਚ ਹਰੇਕ ਚੀਜ਼ ਜਿਹੜੀ ਹੈ ਇੰਕਲੂਡ ਕੀਤੀ ਜਾਂਦੀ ਹੈ। ਤਾਂ ਹੈਨਰੀ ਫੋਇਲ ਜਿਹੜੇ ਹੋਏ ਨੇ ਉਹਨਾਂ ਨੇ ਸਾਇੰਟਿਫਿਕ ਪ੍ਰਿੰਸੀਪਲ ਯਾਨੀ ਕਿ ਵਿਗਿਆਨਿਕ ਸਿਧਾਂਤ ਦਿੱਤੇ ਨੇ ਜੋ ਲਾਇਬ੍ਰੇਰੀ ਸਾਇੰਸ ਦੇ ਵਿੱਚ ਆਪਣਾ ਇੱਕ ਰੋਲ ਨਿਭਾਉਂਦੇ ਨੇ। ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣੇ ਸਿਧਾਂਤਾਂ ਨੂੰ ਪੇਸ਼ ਕੀਤਾ ਹੈ ਜਿਹੜੇ ਉਹ ਸਿਧਾਂਤ ਨੇ ਇਕੱਲੀ ਲਾਇਬ੍ਰੇਰੀ ਸਾਇੰਸ ਦੇ ਵਿੱਚ ਹੀ ਨਹੀਂ, ਹਰੇਕ ਇੰਸਟੀਚਿਊਟ ਦੇ ਵਿੱਚ ਜਾਂ ਹਰੇਕ ਹਾਇਰ ਆਪਾਂ ਗੱਲ ਕਰੀਏ ਹਾਇਰ ਸਟੱਡੀਜ਼ ਦੇ ਵਿੱਚ ਜਿੱਥੇ ਵੀ ਆਪਾਂ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਇਹਨਾਂ ਪ੍ਰਿੰਸੀਪਲਸ ਨੂੰ ਯੂਜ਼ ਕੀਤਾ ਜਾਂਦਾ ਹੈ, ਇਹਨਾਂ ਸਿਧਾਂਤਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਕਹਿੰਦੇ ਕਿਸੇ ਵੀ ਤਰ੍ਹਾਂ ਦੀ ਇੰਸਟੀਟਿਊਸ਼ਨ ਨੂੰ ਚਲਾਉਣ ਦੇ ਲਈ ਸਾਨੂੰ ਜਦੋਂ ਮੈਨੇਜਮੈਂਟ ਕਰਨੀ ਪੈਂਦੀ ਹੈ ਤਾਂ ਉਸ ਸਮੇਂ ਦੇ ਦੌਰਾਨ ਹੈਨਰੀ ਫੋਇਲ ਦੇ ਸਿਧਾਂਤਾਂ ਨੂੰ ਇੱਕ ਵਾਰ ਜ਼ਰੂਰ ਗੋ ਥਰੂ ਹੋਇਆ ਜਾਂਦਾ, ਉਸ ਨੂੰ ਇੱਕ ਵਾਰ ਜ਼ਰੂਰ ਨਜ਼ਰ ਮਾਰੀ ਜਾਂਦੀ ਹੈ ਕਿ ਉਹਨਾਂ ਦੇ ਵਿੱਚ ਕੀ ਹੈ ਜਾਂ ਕਿਸ ਤਰੀਕੇ ਨਾਲ ਅਸੀਂ ਕੰਮ ਕਰਨਾ ਹੈ। ਸਭ ਤੋਂ ਪਹਿਲਾਂ ਬੇਟੇ ਹੈਗਾ ਡਿਵੀਜ਼ਨ ਆਫ ਵਰਕ। ਫਰਸਟ ਪੁਆਇੰਟ ਹੈ ਡਿਵੀਜ਼ਨ ਆਫ ਵਰਕ। ਕਹਿੰਦੇ ਮੈਨੇਜਮੈਂਟ ਦੇ ਅਕੋਰਡਿੰਗਲੀ ਜੇ ਅਸੀਂ ਮੈਨੇਜਮੈਂਟ ਦੀ ਪ੍ਰਬੰਧ ਦੀ ਗੱਲ ਕਰੀਏ ਤਾਂ ਹੈਨਰੀ ਫੋਇਲ ਕਹਿੰਦੇ ਸਾਰੇ ਹੀ ਕੰਮਾਂ ਦੀ ਜਿਹੜੀ ਹੈ ਡਿਵੀਜ਼ਨ ਹੋਣੀ ਚਾਹੀਦੀ ਹੈ। ਜਿਹੜਾ ਸਾਰੇ ਕੰਮ ਹੈ ਉਹਨਾਂ ਦੀ ਵੰਡ ਹੋ ਜਾਣੀ ਚਾਹੀਦੀ ਹੈ। ਇੱਕ ਸਮਾਲ ਲਾਇਬ੍ਰੇਰੀ ਦੇ ਵਿੱਚ ਇੱਕੋ ਹੀ ਲਾਇਬ੍ਰੇਰੀਅਨ ਹੁੰਦਾ ਜਿਹੜਾ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈ, ਬੁੱਕ ਸਿਲੈਕਸ਼ਨ ਵੀ ਉਹ ਕਰਦਾ ਹੈ, ਬੁੱਕ ਦੀ ਜਿਹੜੀ ਕੈਟਾਲੋਗਿੰਗ ਕਲਾਸੀਫਿਕੇਸ਼ਨ ਜਾਂ ਮੇਨਟੇਨੈਂਸ ਹੈ ਉਹ ਵੀ ਉਹੀ ਕਰਦਾ ਹੈ, ਇਸ਼ੂ ਰਿਟਰਨ ਵੀ ਸਰਕੂਲੇਸ਼ਨ ਸੈਕਸ਼ਨ ਕੀ ਇਸ਼ੂ ਰਿਟਰਨ ਹੈ ਉਹ ਵੀ ਉਹੀ ਇਨਸਾਨ ਕਰਦਾ ਹੈ। ਤੇ ਪਰ ਕਹਿੰਦੇ ਜਿਵੇਂ ਜਿਵੇਂ ਅਸੀਂ ਲਾਇਬ੍ਰੇਰੀਜ਼ ਦੇ ਵਿੱਚ ਬਿਗ ਲਾਇਬ੍ਰੇਰੀਜ਼ ਦੇ ਵਿੱਚ ਚਲੇ ਜਾਂਦੇ ਹਾਂ, ਯੂਨੀਵਰਸਿਟੀ ਲਾਇਬ੍ਰੇਰੀਜ਼ ਦੇ ਵਿੱਚ ਚਲੇ ਜਾਂਦੇ ਹਾਂ ਜਾਂ ਕੋਈ ਵੱਡੇ ਇੰਸਟੀਚਿਊਟਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕੋਰਸਿਸ ਅਵੇਲੇਬਲ ਹੁੰਦੇ ਨੇ ਤਾਂ ਉਹਨਾਂ ਲਾਇਬ੍ਰੇਰੀ ਦੇ ਵਿੱਚ ਜਦੋਂ ਚਲੇ ਜਾਂਦੇ ਹਾਂ ਤਾਂ ਉਹ ਲਾਇਬ੍ਰੇਰੀਆਂ ਦੇ ਵਿੱਚ ਵਰਕ ਦੀ ਜਿਹੜੀ ਹੈ ਡਿਵੀਜ਼ਨ ਬਹੁਤ ਜ਼ਰੂਰੀ ਹੈ। ਜੇਕਰ ਕਹਿੰਦੇ ਜੇ ਸਾਰੇ ਹੀ ਬੰਦੇ ਸਾਰੇ ਕੰਮ ਕਰੀ ਜਾਣਗੇ ਵੀ ਉਸ ਨੂੰ ਵੀ ਉਹੀ ਕੰਮ ਦੇਤਾ ਦੂਸਰੇ ਨੂੰ ਵੀ ਕੰਮ ਕਰਤਾ ਤਾਂ ਉਹ ਆਪਸ ਦੇ ਵਿੱਚ ਕੀ ਹੋਏਗਾ, ਬੱਚਿਆਂ ਆਪਸ ਦੇ ਵਿੱਚ ਜਿਹੜਾ ਹੈ ਪਰਸਨਸ ਦੇ ਆਪਸ ਦੇ ਵਿੱਚ ਜਿਹੜੇ ਨੇ ਇੱਕ ਦੂਸਰੇ ਨਾਲ ਟਕਰਾਅ ਹੋਏਗਾ, ਉਹਨਾਂ ਦੀ ਇੱਕ ਮਿਸਅੰਡਰਸਟੈਂਡਿੰਗ ਪੈਦਾ ਹੋ ਜਾਏਗੀ। ਜੇ ਹਰੇਕ ਨੂੰ ਇੱਕ ਆਪਣਾ ਪਰਸਨਲ ਅਲੱਗ-ਅਲੱਗ ਕੰਮ ਦਿੱਤਾ ਜਾਏਗਾ ਤਾਂ ਉਹਨਾਂ ਦੇ ਵਿੱਚ ਆਪਸੀ ਮਿਸਅੰਡਰਸਟੈਂਡਿੰਗ ਬਣਨ ਦਾ ਕੋਈ ਸਵਾਲ ਹੀ ਨਹੀਂ ਹੋਏਗਾ। ਔਰ ਸੈਕੰਡਲੀ ਉਸ ਕੰਮ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਏਗਾ, ਉਹ ਕੰਮ ਜਿਹੜਾ ਹੈ ਬਹੁਤ ਹੀ ਅੱਛੇ ਢੰਗ ਨਾਲ ਹੋਏਗਾ, ਉਸ ਦੇ ਵਿੱਚ ਇੱਕ ਪਰਫੈਕਸ਼ਨ ਵੀ ਆਏਗੀ, ਕੁਆਲਿਟੀ ਵੀ ਆਏਗੀ ਔਰ ਜਿਹੜਾ ਹੈ ਕੁਆਂਟੀਟੀ ਵਿੱਚ ਵੀ ਜਿਹੜਾ ਹੈ ਉਹ ਵੱਧ ਹੋਏਗਾ। ਕਿਸ ਤਰੀਕੇ ਨਾਲ ਡਿਵੀਜ਼ਨ ਆਫ ਵਰਕ ਦੇ ਨਾਲ ਜਦੋਂ ਕਹਿੰਦੇ ਕੰਮ ਦੀ ਵੰਡ ਕਰ ਦਿੱਤੀ ਜਾਂਦੀ ਹੈ। ਅਸੀਂ ਘਰ ਦੇ ਵਿੱਚ ਵੀ ਜੇਕਰ ਦੇਖੀਏ ਤਾਂ ਇੱਕ ਜਿਹੜੀ ਫੈਮਿਲੀ ਦਾ ਜਿਹੜਾ ਹੈਡ ਹੈ ਉਹ ਜੇਕਰ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਕਰਦਾ ਹੈ ਤਾਂ ਇੱਕ ਨੂੰ ਜ਼ਿੰਮੇਵਾਰੀ ਲਗਾ ਦਿੰਦਾ, ਜੇ ਉਸਦੇ 4 ਬੱਚੇ ਨੇ ਇੱਕ ਨੂੰ ਕਹਿੰਦਾ ਕਿ ਤੁਸੀਂ ਦੁੱਧ ਦਾ ਮਿਲਕ ਦਾ ਜਿਹੜਾ ਪ੍ਰੋਗਰਾਮ ਮਿਲਕ ਦੀ ਜਿਹੜਾ ਹੈ ਅਰੇਂਜ ਕਰਨਾ ਹੈ, ਇੱਕ ਨੂੰ ਫੂਡ ਬਾਰੇ ਕਹਿ ਦਿੰਦਾ, ਇੱਕ ਨੂੰ ਫੂਡ ਬਾਰੇ ਕਹਿ ਦਿੰਦਾ, ਇੱਕ ਨੂੰ ਕਲੋਥਿੰਗ ਬਾਰੇ ਕਹਿ ਦਿੰਦਾ, ਇੱਕ ਨੂੰ ਐਜੂਕੇਸ਼ਨ ਬਾਰੇ ਕਹਿ ਦਿੰਦਾ। ਤਾਂ ਇਸ ਤਰੀਕੇ ਨਾਲ ਜਿਹੜੀ ਹੈ ਮੈਨੇਜਮੈਂਟ ਉਹਨਾਂ ਦੇ ਘਰ ਦੀ ਹੋ ਜਾਂਦੀ ਹੈ। ਇਹ ਲੇਡੀਜ਼ ਦੀ ਗੱਲ ਕਰੀਏ ਤਾਂ ਆਪਸ ਦੇ ਵਿੱਚ ਕੰਮ ਵੰਡ ਜਾਂਦੀਆਂ, ਡਿਵੀਜ਼ਨ ਆਫ ਵਰਕ ਕਰ ਲੈਂਦੀਆਂ ਕਿ ਹਾਂ ਜੀ ਕਲੀਨਿੰਗ ਇਸਨੇ ਕਰਨੀ ਹੈ, ਵਾਸ਼ਿੰਗ ਇਸਨੇ ਕਰਨੀ ਹੈ ਔਰ ਕੁਕਿੰਗ ਇਸਨੇ ਕਰਨੀ ਹੈ। ਇਸ ਤਰੀਕੇ ਨਾਲ ਜਦੋਂ ਕੰਮ ਨੂੰ ਡਿਸਟ੍ਰੀਬਿਊਟ ਕਰ ਲਿਆ ਜਾਂਦਾ ਹੈ ਤਾਂ ਉਸ ਦੇ ਨਾਲ ਕੀ ਹੈ ਕੰਮ ਵੀ ਈਜ਼ੀ ਹੋ ਜਾਂਦਾ ਹੈ। ਜਿਹੜਾ ਪਰਸਨ ਵੀ ਹੈ ਉਹ ਵੀ ਜਿਹੜਾ ਹੈ ਥਕਾਵਟ ਮਹਿਸੂਸ ਨਹੀਂ ਕਰਦਾ, ਉਹ ਵੀ ਉਸ ਦੇ ਫੈਟਿਕ ਨਹੀਂ ਹੁੰਦੀ, ਉਹਦੀ ਵੀ ਜਿਹੜੀ ਹੈ ਉਹਦੇ ਵਿੱਚ ਇੱਕ ਬੋਦਰੇਸ਼ਨ ਨਹੀਂ ਬਣਦੀ ਕਿ ਮੈਂ ਇਹ ਵੀ ਕੰਮ ਕਰਨਾ ਉਹ ਵੀ ਕਰਨਾ। ਤਾਂ ਡਿਵੀਜ਼ਨ ਆਫ ਵਰਕ ਇਜ਼ ਦਾ ਫਰਸਟ ਪ੍ਰਿੰਸੀਪਲ ਆਫ ਹੈਨਰੀ ਫੋਇਲ ਸਾਇੰਟਿਫਿਕ ਮੈਨੇਜਮੈਂਟ ਪ੍ਰਿੰਸੀਪਲ। ਕਲੀਅਰ ਬੇਟੇ, ਉਹਨਾਂ ਦੇ ਅਨੁਸਾਰ ਕਿ ਜਿਹੜਾ ਡਿਵੀਜ਼ਨ ਆਫ ਵਰਕ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਦੇ ਨਾਲ ਇੱਕ ਕੰਮ ਦੇ ਵਿੱਚ ਜਿਹੜੀ ਹੈ ਪਰਫੈਕਸ਼ਨ ਹੋ ਜਾਂਦਾ ਹੈ, ਇੱਕ ਕੰਮ ਦੀ ਕੁਆਲਿਟੀ ਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਸੋਹਣੀ ਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਤੇ ਕਹਿੰਦੇ ਇੱਕ ਲਾਇਬ੍ਰੇਰੀ ਦੇ ਵਿੱਚ ਜਦੋਂ ਇਸ ਕੰਮ ਦੀ ਡਿਵਾਈਡੇਸ਼ਨ ਹੋ ਜਾਂਦੀ ਹੈ ਤਾਂ ਇੱਕ ਲਾਇਬ੍ਰੇਰੀਅਨ ਦਾ ਜਿਹੜਾ ਹੈ ਉਹ ਕੀ ਰੋਲ ਹੋ ਜਾਂਦਾ, ਉਹ ਬਾਕੀ ਆਪਣੇ ਵਰਕਰਸ ਨੂੰ ਜਿਹੜਾ ਕੰਮ ਦੇ ਦਿੰਦਾ, ਡਿਸਟ੍ਰੀਬਿਊਟ ਕਰ ਦਿੰਦਾ ਹੈ। ਠੀਕ ਹੈ ਜੀ, ਨੈਕਸਟ ਆਪਣਾ ਆ ਜਾਂਦਾ ਹੈਗਾ ਪੁਆਇੰਟ ਅਥਾਰਟੀ ਐਂਡ ਰਿਸਪੌਂਸਿਬਿਲਿਟੀ।
ਰਿਸਪੌਂਸਿਬਿਲਟੀ। ਬੇਟੇ ਅਥਾਰਟੀ ਮੀਨਸ ਕਿ ਸਾਨੂੰ ਕੋਈ ਪਾਵਰ ਮਿਲ ਜਾਣੀ। ਜਦੋਂ ਕਹਿੰਦੇ ਪਾਵਰਸ ਮਿਲਦੀਆਂ ਉਸ ਦੇ ਨਾਲ ਨਾਲ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਰਿਸਪੌਂਸਿਬਿਲਟੀਜ਼ ਨੇ ਉਹ ਵੀ ਇਨਕਰੀਜ਼ ਹੋ ਜਾਂਦੀਆਂ ਨੇ। ਕਹਿੰਦੇ ਜਦੋਂ ਤੱਕ ਅਸੀਂ ਕਿਸੇ ਪਰਸਨ ਨੂੰ ਪਾਵਰਸ ਨਹੀਂ ਦਿੰਦੇ ਤਾਂ ਉਸ ਕੰਮ ਲਈ ਉਹ ਜ਼ਿੰਮੇਵਾਰ ਵੀ ਨਹੀਂ ਹੁੰਦਾ। ਜਦੋਂ ਅਸੀਂ ਕਹਿੰਦੇ ਹਾਂ ਕਿ ਕੰਮ ਹੀ ਤੂੰ ਕਰਨਾ ਹੈ ਤਾਂ ਜੇਕਰ ਉਹ ਗਲਤ ਹੋ ਜਾਂਦਾ ਹੈ ਤਾਂ ਵੀ ਉਸਦੀ ਜ਼ਿੰਮੇਵਾਰੀ ਹੋ ਜਾਂਦੀ ਹੈ, ਤੇ ਜੇ ਉਹ ਠੀਕ ਹੋ ਜਾਂਦਾ ਤਾਂ ਵੀ ਉਸਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤਾਂ ਇਸ ਲਈ ਸਪੈਸ਼ਲ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਸੇ ਇੰਸਟੀਚਿਊਟ ਦੇ ਵਿੱਚ ਜਦੋਂ ਕੋਈ ਹੈਡ ਅਪਾਇੰਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਥਾਰਟੀਜ਼ ਐਂਡ ਰਿਸਪੌਂਸਿਬਿਲਟੀਜ਼ ਦੋਨੋਂ ਹੀ ਦਿੱਤੀਆਂ ਜਾਂਦੀਆਂ ਨੇ। ਕਿਉਂਕਿ ਕਹਿੰਦੇ ਜੇ ਅਥਾਰਟੀ ਹੀ ਨਹੀਂ ਹੈ, ਜਿਹਦੇ ਕੋਲ ਪਾਵਰ ਹੀ ਨਹੀਂ ਹੈ, ਤਾਂ ਹਾਊ ਕੈਨ ਹੀ ਡੂ ਹਿਸ ਰਿਸਪੌਂਸਿਬਿਲਿਟੀ, ਹਾਊ ਕੈਨ ਹੀ ਫੀਲ ਹਿਸ ਰਿਸਪੌਂਸਿਬਿਲਿਟੀ, ਤਾਂ ਉਹ ਆਪਣੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਨਹੀਂ ਹੋਏਗਾ। ਇਸ ਲਈ ਇੱਕ ਅੱਛੀ ਮੈਨੇਜਮੈਂਟ ਕੀ ਕਰਦੀ ਹੈ ਕਿ ਉਸ ਨੂੰ ਸੱਤਾ ਤੇ ਜ਼ਿੰਮੇਵਾਰੀ ਦੋਨੋਂ ਹੀ ਚੀਜ਼ਾਂ ਸੌਂਪ ਦਿੰਦੀ ਹੈ। ਕਿਉਂਕਿ ਜੇ ਉਸ ਪਰਸਨ ਕੋਲ ਪਾਵਰ ਨਹੀਂ ਹੈ ਤੇ ਉਹ ਕਿਸੇ ਪਰਸਨ ਨੂੰ ਕੰਮ ਕਹਿੰਦਾ ਹੈ ਤਾਂ ਦੂਸਰਾ ਪਰਸਨ ਉਸ ਨੂੰ ਉਲਟ ਕੇ ਜਵਾਬ ਵੀ ਦੇ ਸਕਦਾ ਹੈ ਕਿ ਹੂ ਦਾ ਹੈਲ ਆਰ ਯੂ, ਤੁਸੀਂ ਕੌਣ ਹੋ ਜੋ ਮੈਨੂੰ ਇਹ ਕੰਮ ਕਹਿ ਰਹੇ ਹੋ। ਕਿਉਂਕਿ ਜਦ ਤੱਕ ਇੱਕ ਇਨਸਾਨ ਕੋਲ ਪਾਵਰਸ ਨਹੀਂ ਹੈ ਤਾਂ ਉਸ ਨੂੰ ਆਪਣੀ ਜ਼ਿੰਮੇਵਾਰੀ ਦਾ ਉਹ ਸੋਚੇਗਾ ਮੈਂ ਕਿਉਂ ਕੰਮ ਕਰਾਂ, ਮੇਰੀ ਕਿਹੜੀ ਜ਼ਿੰਮੇਵਾਰੀ ਹੈ, ਮੇਰੇ ਕੋਲ ਦਿੱਤਾ ਗਿਆ। ਇਹ ਮੋਸਟਲੀ ਜਿਹੜਾ ਹੈ ਇੰਸਟੀਚਿਊਟਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕਾਫੀ ਵਾਰ ਜਿਹੜੇ ਹੈ ਪਰਸਨ ਇੱਦਾਂ ਕਰਦੇ ਹੈ ਕਿ ਇਹ ਕੰਮ ਮੈਨੂੰ ਨਹੀਂ ਦਿੱਤਾ ਗਿਆ, ਮੈਂ ਨਹੀਂ ਕਰੂੰਗਾ, ਜਾਂ ਇਹ ਮੇਰੀ ਜ਼ਿੰਮੇਵਾਰੀ ਨਹੀਂ ਹੈ, ਮੈਨੂੰ ਨਹੀਂ ਕਿਹਾ ਗਿਆ। ਕਿਉਂਕਿ ਜਦ ਤੱਕ ਉਸ ਪਰਸਨ ਕੋਲ ਪਾਵਰ ਨਹੀਂ ਹੈ ਤਾਂ ਉਹ ਕਿਸੇ ਸੈਕਿੰਡ ਪਰਸਨ ਨੂੰ ਵੀ ਕਹਿ ਕੇ ਕੰਮ ਨਹੀਂ ਕਰਵਾ ਸਕਦਾ। ਇਸੇ ਲਈ ਕਹਿੰਦਾ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਦਾ ਸੈਕਿੰਡ ਪ੍ਰਿੰਸੀਪਲ ਆਫ ਹੈਨਰੀ ਫੋਇਲਸ। ਉਸ ਦੇ ਦੁਆਰਾ ਦਿੱਤਾ ਹੋਇਆ ਜਿਹੜਾ ਸੈਕਿੰਡ ਪ੍ਰਿੰਸੀਪਲ ਹੈ, ਕਹਿੰਦੇ ਇੱਕ ਲਾਇਬ੍ਰੇਰੀਅਨ ਦੇ ਕੋਲੇ ਬਹੁਤ ਸਾਰੇ ਕੰਮ ਹੁੰਦੇ ਨੇ, ਬੁੱਕ ਸਿਲੈਕਸ਼ਨ ਤੋਂ ਲੈ ਕੇ ਕਹਿੰਦੇ ਜੇ ਆਪਾਂ ਗੱਲ ਕਰੀਏ ਬੁੱਕ ਸਿਲੈਕਸ਼ਨ ਤੋਂ ਲੈ ਕੇ ਐਂਡ ਤੱਕ ਇਸ਼ੂ ਰਿਟਰਨ ਜਾਂ ਉਹਨਾਂ ਦੀ ਵਾਪਸੀ ਕਰਨ ਦੇ ਲਈ, ਰਿਮਾਈਂਡਰਸ ਦੇ ਲਈ ਬਹੁਤ ਸਾਰੇ ਕੰਮ ਹੁੰਦੇ ਨੇ। ਪਰ ਕਹਿੰਦੇ ਜੇਕਰ ਉਸਦੇ ਕੋਲ ਅਥਾਰਟੀ ਹੀ ਨਹੀਂ ਹੈ, ਕੋਈ ਵੀ ਕੰਮ ਕਰਨ ਦੀ ਅਥਾਰਟੀ ਨਹੀਂ ਹੈ, ਤਾਂ ਜਦ ਤੱਕ ਕਹਿੰਦੇ ਉਸਦੇ ਕੋਲ ਪੂਰਨ ਸੱਤਾ ਹੀ ਨਹੀਂ ਹੈ, ਪੂਰਨ ਅਥਾਰਟੀ ਨਹੀਂ ਹੈ, ਫੁੱਲ ਅਥਾਰਟੀ ਨਹੀਂ ਹੈ, ਤਾਂ ਹੀ ਵਿਲ ਬੀ ਨਾਟ ਰਿਸਪੌਂਸਿਬਲ ਫॉर ਆਲ ਦਿਸ ਥਿੰਗ। ਜਦੋਂ ਉਸਨੂੰ ਬੁੱਕਸ ਦੇ ਬਾਰੇ ਪੁੱਛਿਆ ਜਾਏਗਾ ਤਾਂ ਕਹਿੰਦਾ ਮੈਨੂੰ ਨਹੀਂ ਪਤਾ। ਜੇ ਉਸਨੂੰ ਪੁੱਛਿਆ ਜਾਏਗਾ ਕਿ ਮੈਗਜ਼ੀਨਸ ਕਿੱਥੇ ਨੇ ਤਾਂ ਉਸਨੂੰ ਵੀ ਬਾਰੇ ਨਹੀਂ ਪਤਾ, ਕਿੰਨਿਆਂ ਦੀ ਸਰਕੂਲੇਸ਼ਨ ਹੋਈ, ਕਿੰਨਿਆਂ ਦਾ ਉਹ ਹੋਇਆ, ਕੁਝ ਵੀ ਨਹੀਂ ਜਿਹੜਾ ਹੈ ਉਹਨਾਂ ਨੂੰ ਨਹੀਂ ਪਤਾ ਲੱਗੇਗਾ। ਕਲੀਅਰ? ਤਾਂ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਦਾ ਸੈਕਿੰਡ ਪ੍ਰਿੰਸੀਪਲ ਆਫ ਹੈਨਰੀ ਫੋਇਲਸ ਮੈਨੇਜਮੈਂਟ। ਕਲੀਅਰ? ਥਰਡ ਹੈ ਡਿਸਿਪਲਿਨ। ਥਰਡ ਪੁਆਇੰਟ ਹੈ ਬੇਟੇ ਡਿਸਿਪਲਿਨ। थर्ड पॉइंट डिसिप्लिन है अनुशासन। कहते अनुशासन किसी भी संस्था ਨੂੰ ਚਲਾਉਣ ਦੇ ਲਈ, ਚਾਹੇ कोई संस्था है, चाहे वो संस्था का पार्ट है, चाहे डिपार्टमेंट है, चाहे लाइब्रेरी है, चाहे आप कोई ऑफिस की गल करिए नो है, चाहे आप मैरिज की गल करिए या किसी घर की गल करिए, किसी भी चीज़ की गल करिए तो की है डिसिप्लिन। जो आप गल डिसिप्लिन की करते हाँ तो कहते हरेक जगह पे अनुशासन का होना जरूरी है। क्यों? क्योंकि कहते जो अनुशासन ही नहीं होएगा तो काम ਦੇ ਵਿੱਚ ਪ੍ਰੋਫੈਸ਼ਨ ਨਹੀਂ ਆਏਗੀ। ਜਿਵੇਂ ਕਹਿੰਦੇ ਜੇ ਅਨੁਸ਼ਾਸਨ ਦੀ ਗੱਲ ਕਰੀਏ ਤਾਂ ਅਨੁਸ਼ਾਸਨ ਦੇ ਵਿੱਚ ਵਰਕਰਸ ਦੀ ਪੰਕਚੁਅਲਿਟੀ ਦੀ ਗੱਲ ਆ ਜਾਂਦੀ ਹੈ, ਵਰਕਰਸ ਦੀ ਆਪਸੀ ਫਾਊਂਡੇਸ਼ਨ ਦੀ ਗੱਲ ਆ ਜਾਂਦੀ ਹੈ, ਆਪਸੀ ਅੰਡਰਸਟੈਂਡਿੰਗ ਦੀ ਗੱਲ ਆ ਜਾਂਦੀ ਹੈ ਕਿ ਜਿਹੜੇ ਵਰਕਰਸ ਨੇ ਆਪਸ ਦੇ ਵਿੱਚ ਕਿਸ ਤਰੀਕੇ ਦਾ ਉਹਨਾਂ ਦਾ ਬਿਹੇਵੀਅਰ ਹੈ, ਉਹਨਾਂ ਦੀ ਅੰਡਰਸਟੈਂਡਿੰਗ ਕੀ ਹੈ ਤੇ ਉਹਨਾਂ ਦੀ ਵਰਕ ਜਿਹੜੀ ਪੰਕਚੁਅਲਿਟੀ ਕੀ ਹੈ ਕਿ ਉਹ ਜੇ वर्कर समय सिर जिवें सपोज दैट लाइब्रेरी की गल करिए, जेकर आप एक लाइब्रेरियन समय सिर लाइब्रेरी खोलेगा नहीं, ओपन नहीं करेगा या वो पंक्चुअलिटी के नाल अपने वर्क नूं यानी कि जिन्ने टाइम के लिए जिन्ने समय के लिए बुक्स इशू करनियां ने वो इशू नहीं करेगा या जिन्ने टाइम के लिए बुक्स रिटर्न करनी वो नहीं करेगा तो की हो जाएगा, एक गैप बढ़ जाएगा। की हो जाएगा, एक मिसअंडरस्टैंडिंग
ਇੱਕ ਪਰਸਨ ਕਮਾਂਡ ਦੇਣ ਵਾਲਾ ਨਹੀਂ ਹੋਏਗਾ। ਐਗਜ਼ਾਮਪਲ ਲਾਇਬ੍ਰੇਰੀ ਦੀ ਗੱਲ ਕਰਦੇ ਹਾਂ, ਜੇ ਇੱਕ ਲਾਇਬ੍ਰੇਰੀਅਨ ਹੈ, ਠੀਕ ਹੈ, ਉਸਦੇ ਨਾਲ ਜਿਹੜੀਆਂ ਪਾਵਰਸ ਹੁੰਦੀਆਂ ਉਹ ਲਾਇਬ੍ਰੇਰੀਅਨ ਔਰ ਜਾਂ ਅਸਿਸਟੈਂਟ ਲਾਇਬ੍ਰੇਰੀਅਨ ਦਿੱਤੀਆਂ ਜਾਂਦੀਆਂ ਨੇ। ਤਾਂ ਕਹਿੰਦੇ ਜੇਕਰ ਲਾਇਬ੍ਰੇਰੀਅਨ ਦੇ ਇਲਾਵਾ ਹਰੇਕ ਨੂੰ ਪਾਵਰ ਦੇ ਦਿੱਤੀਆਂ ਜਾਣ ਤਾਂ ਹਰੇਕ ਆਪਣੇ ਆਪ 'ਚ ਇੱਕ ਮਾਲਕ ਹੈ, ਉਹ ਆਪਣੀ ਮਰਜ਼ੀ ਨਾਲ ਕੰਮ ਕਰੇਗਾ। ਜੇ ਉਸੇ ਹੀ ਤਰੀਕੇ ਨਾਲ ਜੇਕਰ ਇੱਕ ਲਾਇਬ੍ਰੇਰੀਅਨ ਹੋਏਗਾ, ਵਨ ਬੋਸ ਹੋਏਗਾ, ਤਾਂ ਉਹ ਆਪਣੇ ਅਕੋਰਡਿੰਗਲੀ, ਅਕੋਰਡਿੰਗ ਟੂ ਨੀਡ ਐਂਡ ਅਕੋਰਡਿੰਗ ਟੂ ਪਰਫੈਕਸ਼ਨ, ਕਿ ਕਿਹੜਾ ਬੰਦਾ ਕਿਸ ਕੋਲ ਕਿਹੜੀ ਪਰਫੈਕਸ਼ਨ ਹੈ ਜਾਂ ਕਿਸ ਕੋਲ ਕਿਹੜੀ ਕੁਆਲਿਟੀ ਹੈ, ਅਕੋਰਡਿੰਗ ਟੂ ਹਿਸ ਕੁਆਲਿਟੀ, ਉਹਦੀ ਕੁਆਲਿਟੀ ਦੇ ਅਨੁਸਾਰ ਜਿਹੜਾ ਹੈ ਉਸਨੂੰ ਵਰਕ ਦੇਗਾ, ਤਾਂ ਜੋ ਵਰਕ ਦੇ ਵਿੱਚ ਐਫੀਸ਼ੀਐਂਸੀ ਆ ਸਕੇ ਔਰ ਜਿਹੜਾ ਹੈ ਵਰਕ ਵੀ ਟਾਈਮ ਤੇ ਜਿਹੜਾ ਹੈ ਕੰਪਲੀਟ ਹੋ ਸਕੇ। ਕੰਪਲੀਟ ਦਾ ਵਰਕ ਔਨ ਟਾਈਮ, ਵਰਕ ਨੂੰ ਟਾਈਮ ਦੇ ਉੱਤੇ ਕੰਪਲੀਟ ਕਰਨ ਦੇ ਲਈ ਜਾਂ ਐਫੀਸ਼ੀਐਂਸੀ ਦੇ ਲਈ ਕੀ ਹੈ, ਇੱਕ ਬੋਸ ਦੀ ਜਿਹੜਾ ਆਦੇਸ਼ ਦੇਣ ਵਾਲਾ ਇੱਕੋ ਹੀ ਹੋਣਾ ਚਾਹੀਦਾ ਹੈ, ਨਾ ਕਿ ਦੋ ਦਿਨ। ਕਿਉਂਕਿ ਸਪੋਜ਼ ਦੈਟ ਜੇਕਰ ਦੋ ਦਿਨ ਬੋਸ ਤੁਹਾਡੇ ਸਿਰ ਦੇ ਉੱਤੇ ਬੈਠੇ ਨੇ ਤਾਂ ਵਟ ਵਿਲ ਬੀ ਹੈਪਨ, ਕੀ ਹੋਏਗਾ ਕਿ ਇੱਕ ਨੇ ਇੱਕ ਕੰਮ ਦਿੱਤਾ, ਦੂਸਰੇ ਨੇ ਦੂਸਰਾ ਦਿੱਤਾ, ਤੀਸਰੇ ਨੇ ਤੀਸਰਾ ਦਿੱਤਾ, ਤਾਂ ਉਸ ਦੇ ਨਾਲ ਕਿ ਇੱਕ ਤਾਂ ਉਸ ਪਰਸਨ ਨੂੰ ਜਿਸ ਨੂੰ ਕੰਮ ਦਿੱਤੇ ਗਏ ਨੇ ਉਸ ਦੇ ਦਿਮਾਗ ਤੇ ਬਰਡਨ ਹੋਏਗਾ, ਉਹ ਇੱਕ ਵੀ ਕੰਮ ਨੂੰ ਪਰਫੈਕਟ ਤਰੀਕੇ ਨਾਲ ਨਹੀਂ ਕਰ ਸਕੇਗਾ ਤੇ ਇੱਕ ਵੀ ਕੰਮ ਜਿਹੜਾ ਉਹ ਕੰਪਲੀਟ ਨਹੀਂ ਕਰ ਸਕੇਗਾ। ਇਹ ਇੱਕ ਮੇਜਰ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਇੱਕ ਤੋਂ ਜ਼ਿਆਦਾ ਜਿਹੜੇ ਆ ਬੋਸ ਬਣ ਜਾਂਦੇ ਨੇ, ਇੱਕ ਤੋਂ ਜ਼ਿਆਦਾ ਸਾਡੇ ਕਮਾਂਡਰਸ ਬਣ ਜਾਂਦੇ ਨੇ। ਕਹਿੰਦੇ ਇੱਕੋ ਹੀ ਕਮਾਂਡਰ ਜਿਹੜਾ ਹੈ ਨਈਆਂ ਨੂੰ ਸਹੀ ਤਰੀਕੇ ਨਾਲ ਪਾਰ ਲਗਾ ਸਕਦਾ ਹੈ। ਸੋ ਦੈਟਸ ਵਾਈ ਕਿਹਾ ਜਾਂਦਾ ਹੈ ਕਿ ਓਨਲੀ ਵਨ ਬੋਸ ਇਜ਼ ਬੈਟਰ ਦੈਨ 2 or 5। ਕਹਿੰਦੇ ਜੇਕਰ ਦੋ ਹੈ ਤਾਂ ਉਸ ਇੰਸਟੀਚਿਊਟ ਦਾ ਜਿਹੜਾ ਬੇੜਾ ਹੈ ਬਿਲਕੁਲ ਸਾਫ਼ ਨਹੀਂ ਚੱਲ ਪਾਉਂਦਾ, ਤੇ ਜੇਕਰ ਕਹਿੰਦੇ ਇੱਕੋ ਹੀ ਬੋਸ ਹੈ ਜਿਸ ਦੇ ਅੰਦਰ ਸਾਰੇ ਕਮਾਂਡ ਹੈ, ਉਹ ਕੰਮ ਨੂੰ ਬਹੁਤ ਅੱਛੇ ਤਰੀਕੇ ਨਾਲ ਚਲਾ ਸਕਦਾ ਹੈ, ਕਿਉਂਕਿ ਉਹ ਹੀ ਜਿਹੜਾ ਹੈ ਡਿਵੀਜ਼ਨ ਆਫ ਵਰਕ ਕਰੇਗਾ ਕਿ ਉਹ ਜੱਜ ਕਰਦਾ ਹੈ ਕਿ ਕਿਸ ਦੇ ਵਿੱਚ ਕੁਆਲਿਟੀ ਹੈ। ਤਾਂ ਇਸ ਕਰਕੇ ਫੋਰਥ ਜਿਹੜਾ ਪ੍ਰਿੰਸੀਪਲ ਹੈ ਹੈਨਰੀ ਫਾਇਲ ਦੁਆਰਾ ਦਿੱਤਾ ਗਿਆ ਹੈ, ਕਹਿੰਦੇ ਯੂਨਿਟੀ ਆਫ ਕਮਾਂਡ ਜਿਹੜੀ ਹੈ ਯੂਨਿਟੀ ਹੋਣੀ ਚਾਹੀਦੀ ਹੈ, ਇੱਕ ਕਮਾਂਡ ਦੇ ਵਿੱਚ ਯੂਨਿਟੀ ਆਣੀ ਚਾਹੀਦੀ ਹੈ, ਬਟ ਇੱਕੋ ਹੀ ਜਿਹੜਾ ਹੈ ਆਦੇਸ਼ ਹੋਣਾ ਚਾਹੀਦਾ ਹੈ। ਨੈਕਸਟ आता है यूनिटी ऑफ डायरेक्शन। यूनिटी ऑफ डायरेक्शन ਹੁਣ ਦੇਖਿਆ ਜਾਵੇ ਤਾਂ ਦੋਨੋਂ ਹੀ ਪੁਆਇੰਟ ਸੇਮ ਜਿਹੇ ਲੱਗਦੇ ਨੇ, ਫਰਕ ਸਿਰਫ ਕਮਾਂਡ ਔਰ ਡਾਇਰੈਕਸ਼ਨ ਦਾ ਕਿ ਜਿਹੜਾ ਕਮਾਂਡ ਹੈ ਇੱਕੋ ਹੀ ਬੋਸ ਵਾਲਾ ਦਿੱਤੀਆਂ ਜਾਂਦੀਆਂ, ਡਾਇਰੈਕਸ਼ਨ ਕੀ ਹੈ, ਡਾਇਰੈਕਸ਼ਨ ਵੀ ਯਾਨੀ ਕਿ ਇੱਕੋ ਹੀ ਦਿਸ਼ਾ ਵਿੱਚ ਦੇਣੀ ਚਾਹੀਦੀ ਹੈ, ਯਾਨੀ ਕਿ ਵੀ ਜਿਹੜੀ ਪਲੈਨਿੰਗ ਹੈ ਉਹ ਇੱਕ ਹੀ ਵੇ ਜਦੋਂ ਪਲੈਨਿੰਗ ਹੁੰਦੀ ਹੈ ਤਾਂ ਉਹ ਸਾਰਿਆਂ ਦੇ ਮਤ ਨਾਲ ਹੁੰਦੀ ਹੈ ਵੀ ਹਾਂ ਇਹ ਕੰਮ ਕਰਨਾ ਚਾਹੀਦਾ ਹੈ। ਕਹਿੰਦੇ ਜਿਵੇਂ ਇੱਕ ਲਾਇਬ੍ਰੇਰੀਅਨ ਔਰ ਅਸਿਸਟੈਂਟ ਲਾਇਬ੍ਰੇਰੀਅਨ ਦੋਨਾਂ ਦਾ ਜਿਹੜਾ ਹੈ ਦੋਨੋਂ ਹੀ ਕਮਾਂਡ ਦੇ ਸਕਦੇ ਨੇ, ਦੋਨੋਂ ਹੀ ਆਦੇਸ਼ ਦੇ ਸਕਦੇ ਨੇ, ਤਾਂ ਕਹਿੰਦੇ ਆਦੇਸ਼ ਦੇਣ ਦਾ ਵੀ ਇੱਕ ਢੰਗ ਹੁੰਦਾ ਹੈ, ਯਾਨੀ ਕਿ ਡਾਇਰੈਕਸ਼ਨ। ਜਿਵੇਂ ਇੱਕ ਕੰਮ ਹੈ ਬੁੱਕ ਸਿਲੈਕਸ਼ਨ ਦਾ ਕੰਮ ਹੈ, ਇਹ ਨਾ ਹੋਵੇ ਕਿ ਲਾਇਬ੍ਰੇਰੀਅਨ ਤਾਂ ਕਹਿ ਰਿਹਾ ਕਿ ਬੁੱਕ ਸਿਲੈਕਸ਼ਨ ਨੂੰ ਪਹਿਲਾਂ ਕਰੋ ਔਰ ਦੂਸਰਾ ਵਾਲਾ ਕਹਿ ਰਿਹਾ ਨਹੀਂ ਬੁੱਕ ਸਿਲੈਕਸ਼ਨ ਨੂੰ ਛੱਡ ਕੇ ਮੈਗਜ਼ੀਨ ਸਿਲੈਕਸ਼ਨ ਨੂੰ ਪਹਿਲਾਂ ਕਰੋ, ਤੇ ਕਿਤੇ ਇਹਨੇ ਉਸ ਦੇ ਵਿੱਚ ਤੀਸਰਾ ਜਿਹੜਾ ਕੋਈ ਹੋਰ ਹੈਡ ਹੈ ਤਾਂ ਉਹ ਕਹਿ ਰਿਹਾ ਜੀ ਮੈਗਜ਼ੀਨ ਸਿਲੈਕਸ਼ਨ ਦੀ ਛੱਡ ਕੇ ਤੁਸੀਂ ਪਹਿਲਾਂ ਇਸ਼ੂ ਰਿਟਰਨ ਕਰੋ। ਤਾਂ ਇਹ ਜਿਹੜੀ ਵੇਰੀਏਸ਼ਨ ਹੈ ਇਹ ਜਿਹੜੀ ਹੈ ਕੰਮ ਨੂੰ ਹੌਚ-ਪੌਚ ਵੀ ਕਰੇਗੀ ਔਰ ਕੰਮ ਦੇ ਵਿੱਚ ਇੱਕ ਡਿਸਟਰੈਕਸ਼ਨ ਪੈਦਾ ਕਰੇਗੀ, ਇੱਕ ਰੁਕਾਵਟ ਪੈਦਾ ਕਰੇਗੀ, ਇੰਟਰਪਟ ਕਰੇਗੀ ਸਾਡੇ ਵਰਕ ਨੂੰ। ਤਾਂ ਕਹਿੰਦੇ ਜਿਹੜੀ ਡਾਇਰੈਕਸ਼ਨ ਹੈ ਉਹ ਵੀ ਸਾਰਿਆਂ ਦੀ ਸੇਮ ਹੋਣੀ ਚਾਹੀਦੀ ਹੈ। ਜਿਵੇਂ ਇੱਕ ਨੇ ਕਿਹਾ ਕਿ ਬੁੱਕ ਸਿਲੈਕਸ਼ਨ ਸਾਡਾ ਮੇਨ ਮੋਟਿਵ ਹੈ ਇਸ ਟਾਈਮ ਦੇ ਉੱਤੇ, ਤਾਂ ਸੈਕਿੰਡ ਦਾ ਵੀ ਸੇਮ ਹੋਣਾ ਚਾਹੀਦਾ ਕਿ ਬੁੱਕ ਸਿਲੈਕਸ਼ਨ ਜਿਹੜੀ ਹੈ ਮੇਨ ਮੋਟਿਵ ਹੈ ਤੇ ਸਾਰਿਆਂ ਨੂੰ ਮਿਲ ਕੇ ਜਿਹੜਾ ਹੈ ਉਹ ਕੰਮ ਕਰਨਾ ਚਾਹੀਦਾ। ਤਾਂ ਦੈਟਸ ਵਾਈ ਵੀ ਸੇ ਦੈਟ ਯੂਨਿਟੀ ਆਫ ਡਾਇਰੈਕਸ਼ਨ ਇਜ਼ ਮਸਟ। ਕਹਿੰਦੇ ਡਾਇਰੈਕਸ਼ਨ ਵੀ ਸੇਮ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਜੇ ਆਪਾਂ ਕਿਸੇ ਇੰਸਟੀਚਿਊਟ ਦੀ ਗੱਲ ਕਰਦੇ ਹਾਂ, ਆਪਾਂ ਐਗਜ਼ਾਮ ਚੱਲਦੇ ਆ, ਡਿਊਰਿੰਗ ਐਗਜ਼ਾਮ ਮਸਟ what will be the first preference, ਸਾਡੀ ਫਰਸਟ ਪ੍ਰੈਫਰੈਂਸ ਕੀ ਹੋਏਗੀ ਕਿ ਬੱਚਿਆਂ ਨੂੰ ਅਸੀਂ ਐਗਜ਼ਾਮਸ ਕੰਡਕਟ ਕਰਵਾਈਏ। ਤਾਂ ਡਿਊਰਿੰਗ ਦੈਟ ਟਾਈਮ ਜੇਕਰ ਅਸੀਂ ਕੋਈ ਹੋਰ ਕੰਮ ਨੂੰ ਮੇਨ ਮੰਨ ਲੈਂਦੇ ਹਾਂ, ਕੋਈ ਹੋਰ ਕੰਮ ਕਰਨ ਲੱਗ ਜਾਂਦੇ ਹਾਂ, ਇੱਕ ਨੂੰ ਤਾਂ ਪਤਾ ਕਿ ਹਾਂ ਅਸੀਂ ਜਿਹੜਾ ਹੈ एग्जाम कंडक्ट करना है, दूसरा अपना कोई काम कर रहा है, तीसरा कोई अपना काम कर रहा है, तो की एक आपस ਦੇ ਵਿੱਚ ਮਿਸਅੰਡਰਸਟੈਂਡਿੰਗ ਕ੍ਰੀਏਟ ਹੋ ਜਾਏਗੀ ਔਰ ਕੰਮ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਣਗੀਆਂ ਔਰ ਕੰਮ ਵੀ ਬਹੁਤ ਅੱਛੇ ਤਰੀਕੇ ਨਾਲ ਨਹੀਂ ਹੋਏਗਾ। ਜਦੋਂ ਸੇਮ ਹੀ ਡਾਇਰੈਕਸ਼ਨ ਸਾਡੇ ਹੈਡ ਕੋਲੋਂ ਸੇਮ ਡਾਇਰੈਕਸ਼ਨ ਦਿੱਤੀ ਜਾਂਦੀ ਹੈ, ਯਾਨੀ ਕਿ ਲਾਇਬ੍ਰੇਰੀਅਨ ਜਿਹੜਾ ਹੈ ਆਪਣੇ ਤੋਂ ਜੋ ਛੋਟੇ ਉਹਦੇ ਲੈਵਲ ਤੇ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੰਦਾ, ਸੇਮ ਡਾਇਰੈਕਸ਼ਨ ਦਿੰਦਾ ਹੈ कि ਅਸੀਂ ਜਿਹੜਾ ਸਾਡਾ ਫਰਸਟ ਕੰਮ ਕੀ ਹੈ ਮੈਗਜ਼ੀਨ ਨਾਲ ਰਿਲੇਟ ਕਰਨਾ ਹੈ ਜਾਂ ਨਿਊਜ਼ਪੇਪਰ ਨਾਲ ਰਿਲੇਟ ਕਰਨਾ ਹੈ, ਤਾਂ ਜਦੋਂ ਆਪਣੇ ਆਦੇਸ਼ ਨੂੰ ਲਗਾ ਲਓ, ਡਾਇਰੈਕਸ਼ਨ ਨੂੰ ਲਗਾ ਲਓ, ਜਦੋਂ ਡਾਇਰੈਕਸ਼ਨ ਦਿੰਦਾ ਹੈ ਤਾਂ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਪ੍ਰਫੁੱਲਿਤ ਹੁੰਦੀ ਹੈ, ਉਹ ਜਿਹੜਾ ਹੈ ਅੱਛਾ ਰਿਜ਼ਲਟ ਲੈ ਆਉਂਦੀ ਹੈ ਤੇ ਜਿਹੜੇ ਕੰਮ ਦੇ ਵਿੱਚ ਵੀ ਪਰਫੈਕਸ਼ਨ ਆ ਜਾਂਦੀ ਹੈ। ਯਾਨੀ ਕਿ ਆਪਣਾ 5th
subordination of individual to general interest. Subordination of individual to general interest. बेटे सबऑर्डिनेशन की ਹੁੰਦਾ है? सबऑर्डिनेशन ਹੁੰਦਾ है किसी ਦੇ अंडर काम करना या किसी ਦੇ अधीन ਆਪਾਂ ਕਹਿ ਦਿੰਦੇ ਆ। ठीक है जी, कहते सबऑर्डिनेशन सबऑर्डिनेशन ऑफ 6 पॉइंट है नेशन, सबऑर्डिनेशन ऑफ इंडिविजुअल टू जनरल इंटरेस्ट। हम कहते इंडिविजुअल टू जनरल, मेन गल अपनी है कहते जदों साडी गल हुंदी है सबऑर्डिनेशन दी हितां दी गल हुंदी है तो साडे कहते निजी हितां यानी कि पर्सनल साडे जो इंटरेस्ट ने उन्हां नूं छोड़ के सानू सब तो पहला जनरल इंटरेस्ट पर जाना चाहिए, यानी कि जिस दे नाल साडी इंस्टीट्यूट का इंटरेस्ट जिस है तो जिहड़ा है कि साडी इंस्टीट्यूट को जिस नाल बेनिफिट हो रहा सी उस बेनिफिट्स की गल करिए। साडी जिहड़ी हैगी है कहंदे जदों एक लाइब्रेरी दे विच कहंदे ਅਸੀਂ पर्सनल वर्क ਨੂੰ ਛੱਡ ਕੇ यानी पर्सनल ਸਾਡਾ ਜਿਹੜਾ प्रॉफिट हो रहा है वन पर्सनल इंटरेस्ट है, जिवें मैनूं सपोज दैट भी मैनूं इंटरेस्ट है कि मैं सिर्फ ओनली मैगजीन डिपार्टमेंट च जिहड़ा है डील करा या न्यूज़पेपर डिपार्टमेंट च डील करा या सर्कुलेशन डिपार्टमेंट च डील करा, इट इज माय पर्सनल ਜਿਹੜਾ ਹੈ पर्सनल इंटरेस्ट है। बट कहते पर्सनल इंटरेस्ट ਨੂੰ साइड ਤੇ ਰੱਖ ਕੇ ਸਾਨੂੰ ਕੀ ਹੈ जनरल इंटरेस्ट ਵੱਲ ਧਿਆਨ ਦੇਣਾ ਚਾਹੀਦਾ ਹੈ, यानी कि जो उस लाइब्रेरी ਦੀ नीड है ਸਾਨੂੰ उस नीड ਦੇ ਅਕੋਰਡਿੰਗਲੀ ਕੰਮ ਕਰਨਾ ਚਾਹੀਦਾ ਹੈ। ਜਦੋਂ ਇਹ ਕਹਿੰਦੇ ਇੱਕ ਲਾइब्रेरियन देखता है ਕਹਿੰਦੇ ਵੀ ਜਦੋਂ ਲਾइब्रेरियन ਨੂੰ ਪਤਾ ਹੈ ਕਿ ਕਿਸ ਚੀਜ਼ ਦੀ ਰਿਕੁਆਇਰਮੈਂਟ ਲਾइब्रेरी ਦੇ ਵਿੱਚ ਹੈ, ਇਹ ਕਹਿੰਦੇ ਜਿਵੇਂ ਹੁਣ ਆਪਾਂ ਗੱਲ ਕਰੀਏ ਕਹਿੰਦੇ ਇੱਕ ਜਿਹੜਾ ਇੱਕ ਡਿਪਾਰਟਮੈਂਟ ਇੱਕ ਜਿਹੜਾ ਮੇਨ ਲਾइब्रेरियन ਹੈ ਉਸ ਨਾਲੋਂ ਵੱਧ ਅੱਛੇ ਤਰੀਕੇ ਨਾਲ ਬੁੱਕ ਸਿਲੈਕਸ਼ਨ ਬਾਰੇ ਕੌਣ ਦੱਸਦਾ ਹੈ? ਡਿਪਾਰਟਮੈਂਟਲ ਲਾइब्रेरियन ਜਿਹੜੇ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਲਾइब्रेरियन ਨੇ ਨਾ ਉਹਨਾਂ ਨੂੰ ਵੱਧ ਪਤਾ ਹੈ ਕਿਉਂਕਿ ਉਹ ਡਿਪਾਰਟਮੈਂਟ ਨਾਲ ਡੀਲ ਕਰ ਰਹੇ ਨੇ ਤਾਂ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਯੂਜ਼ਰਸ ਦੀ ਵੱਧ ਕਿਹੜੇ ਯੂਜ਼ਰਸ ਨੇ ਜਿਹੜੇ ਬੁੱਕਸ ਦੀ ਕਿਹੜੇ ਬੁੱਕਸ ਦੀਆਂ ਡਿਮਾਂਡਸ ਵੱਧ ਕਰ ਰਹੇ, ਯਾਨੀ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਉਹ ਲੈਣਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੇ ਮਟੀਰੀਅਲ ਦੀ ਉਹਨਾਂ ਨੂੰ ਰਿਕੁਆਇਰਮੈਂਟ ਹੈ। ਤਾਂ ਉਹ ਮਟੀਰੀਅਲ ਦੀ ਰਿਕੁਆਇਰਮੈਂਟ ਨੂੰ ਦੇਖਦੇ ਹੋਏ ਮਟੀਰੀਅਲ ਦੀ ਬਾਰੇ ਸੋਚਦੇ ਹੋਏ ਤਾਂ ਉਹ बुक सिलेक्शन करनी है तो वो ये नहीं है कि सेंट्रल लाइब्रेरियन ही करेगा, ਜਿਹੜਾ ਮੇਨ ਲਾइब्रेरियन वो ही करेगा, नहीं डिपार्टमेंटल लाइब्रेरियन तो ਅਸੀਂ ਲਿਸਟਾਂ ਮੰਗਵਾ ਲਾਂਗੇ ਤਾਂ ਉਸ ਲਿਸਟਾਂ ਦੇ ਅਕੋਰਡਿੰਗਲੀ ਜੋ ਉਸ ਦਾ ਪਰਸਨਲ ਇੰਟਰਸਟ ਨਾ ਹੋ ਕੇ ਜਿਹੜਾ ਜਨਰਲ ਇੰਟਰਸਟ ਹੋਏਗਾ ਯਾਨੀ ਕਿ ਜਿਹੜੀ ਆਲ ਓਵਰ ਉਹਨਾਂ ਦੀ ਰਿਕੁਆਇਰਮੈਂਟ ਹੋਏਗੀ ਤਾਂ ਉਸ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਸ ਡਿਮਾਂਡ ਦੇ ਅਕੋਰਡਿੰਗਲੀ ਅਸੀਂ ਬੁੱਕਸ ਦੀ ਸਿਲੈਕਸ਼ਨ ਕਰਾਂਗੇ। ਤਾਂ ਇਹ सबऑर्डिनेशन इंडिविजुअल टू जनरल इंटरेस्ट ने, यानी कि ਅਸੀਂ ਆਪਣੇ ਨਿੱਜੀ जो साडे पर्सनल इंटरेस्ट है उन्होंने उसी साइड पे रख के बल्कि डिपार्टमेंट के जो अलग-अलग बंदियां दी जेह्ड़े इंटरेस्ट है उन्हां सारियां नूं स्मूथली जो नीड है साडी कलैक्टिवली जो नीड है उसको ਅਸੀਂ कंप्लीट करने की कोशिश करांगे। कहंदे एक लाइब्रेरियन हाउस दैट सपोज दैट मैं आई एम अ लाइब्रेरियन देन आई मेरे को जेह्ड़ा फॉन्ड ऑफ स्टोरी बुक्स भी मैंने बहुत ज़्यादा शौक है स्टोरी बुक्स का, इट इज नॉट अ ਇਹਦਾ मतलब ये नहीं है कि मैं सारी स्टोरी बुक्स मंगवा लूँ, नहीं, इट मीनस कि मैं पहला जड़ी मेरा स्पेशली जनरल इंटरेस्ट ये होना चाहिए कि जड़ी रिक्वायरमेंट है डिफरेंट यूजर्स की मैं उस रिक्वायरमेंट को कलेक्ट करके जड़ी ज़्यादा इंपॉर्टेंट है उस दी नीड जड़ी है वो पूरी कर सका। एक और इस दिन एक और एग्जांपल भी है कि सपोज दैट कि लास्ट टाइम चल रहा है लाइयर का साडा और बजट टाइम है कि साडे कोले कुछ फंड जिहड़ा है वो बच गया लाइब्रेरी दा जिस दे विच असीं बुक्स मंगवा सकते हैं। तो ये ना हो कि लास्ट टाइम होने दे करके भी जिहड़ा फाइनेंशियल ईयर लास्ट टाइम है फाइनेंशियल ईयर दा बजट टाइम है तो उस टाइम दे उत्ते जिहड़ा लाइब्रेरी ना छुट्टी ले ली, इट इज नॉट गुड, ये चंगा नहीं है और ना ही ये होना भी चाहिए, कोई ये होना भी नहीं चाहिए कि उस टाइम उत्ते एक लाइब्रेरी छुट्टी लेना आया तो उसको छुट्टी भी मिल गई। तो इस करके बहुत सारी चीज़ां ने अपने
कैन से एडमिशनस टाइम, जो एडमिशनस टाइम होंगे या एग्जाम टाइम होंगे जिस टाइम के स्टाफ की बहुत ज़्यादा रिक्वायरमेंट होंगी है, तो उस टाइम के पर्सनल इंटरस्ट को छड्ड के की करना चाहिए, जनरल इंटरस्ट चाहिए कि एक इंस्टीट्यूट को की रिक्वायरमेंट है, इंस्टीट्यूट की इस टाइम की डिमांड है, तो उस वाली सानू जिहड़ा है ध्यान देना चाहिए। तो ये 6वां प्रिंसिपल है हेनरी फॉल्स का, ठीक है जी। उस तो बाद अपना 7th पॉइंट आ जाता है रिम्यूनरेशन ऑफ पर्सनल, remuneration of क्लियर, कहते remuneration of personnel मतलब की है कि कर्मचारियों की तनख्वाह बारे डिस्कस करना। कहते ਜਿਹੜੀ ਅਸੀਂ ਇੰਪਲਾਈਜ਼ ਰੱਖੇ ਨੇ ਤਾਂ ਉਹਨਾਂ ਦੀ ਸੈਲਰੀ ਜੋ ਹੈ ਉਹ ਡਿਸਕਸ ਕਰਨੀ ਵੀ ਇੱਕ ਮੈਨੇਜਮੈਂਟ ਦੇ ਅੰਡਰ ਆਉਂਦੀ ਹੈ ਕਿ ਜਿਹੜੀ ਉਹਨਾਂ ਦੀ ਸੈਲਰੀ ਹੈ ਉਹ ਕਿਸ ਬਿਹਾਫ ਤੇ ਹੋਣੀ ਚਾਹੀਦੀ ਹੈ, ਅਕੋਰਡਿੰਗ ਟੂ देयर ਕੁਆਲੀਫਿਕੇਸ਼ਨ, ਅਕੋਰਡਿੰਗ ਟੂ देयर ਕੁਆਲਿਟੀ ਐਂਡ ਅਕੋਰਡਿੰਗ ਟੂ देयर ਐਕਸਪੀਰੀਅੰਸ। ਕਹਿੰਦੇ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਉਹ ਜੱਜ ਕੀਤੀਆਂ ਜਾਣੀਆਂ ਚਾਹੀਦੀਆਂ। फोर्थ चीज होती है कि बिहेवियर, हाउ टू बिहेव, ਉਹ ਕਿਸ ਤਰੀਕੇ ਦਾ ਬਿਹੇਵ ਕਰਦਾ ਹੈ। ਕਹਿੰਦੇ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਕੁਆਲੀਫਿਕੇਸ਼ਨ ਦੇਖਦੇ ਹਾਂ ਕਿ ਅਕੋਰਡਿੰਗ ਟੂ ਜਿਵੇਂ ਲਾਇਬ੍ਰੇਰੀਅਨ ਐਜ਼ ਅ ਲਾਇਬ੍ਰੇਰੀਅਨ ਯੂ ਵਾਂਟ ਟੂ ਅਪਾਇੰਟ ਯੋਰਸੈਲਫ ਕਿ ਤੁਸੀਂ ਆਪਣੇ ਆਪ ਨੂੰ ਐਜ਼ ਅ ਲਾਇਬ੍ਰੇਰੀਅਨ ਅਪਾਇੰਟ ਕਰਾਉਣਾ ਚਾਹੁੰਦੇ ਹੋ ਤਾਂ ਯੂ ਹੈਵ ਕੰਪਲੀਟਡ ਯੂਰ ਐਮਡੀ ਔਰ ਨਾਟ, ਮਤਲਬ ਇੱਕ ਤੁਸੀਂ ਜਿਹੜੀ ਲਾਇਬ੍ਰੇਰੀ ਸਾਇੰਸ ਦੀ ਡਿਗਰੀ ਹੈ ਉਹ ਪ੍ਰਾਪਤ ਕੀਤੀ ਹੈ ਤਾਂ ਉਹਦੇ ਲਈ ਕੀ ਹੈ ਕਿ ਤੁਸੀਂ ਇਹ ਪਹਿਲਾਂ ਆਪਣੀ ਇਸ ਕੁਆਲੀਫਿਕੇਸ਼ਨ ਦੇ ਬਾਰੇ ਦੇਖੋਗੇ ਕਿ ਮੇਰੀ ਜਿਹੜੀ ਉਸ ਜਿਸਨੇ ਰੱਖਣਾ ਹੈ ਉਹ ਇਹ ਦੇਖੇਗਾ ਕਿ ਇਸ ਪਰਸਨ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਕੰਪਲੀਟ ਹੈ। ਆਫਟਰ दैट ਉਸ ਦੇ ਕੋਲ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਔਰ ਕਿਹੜੀ ਜਗ੍ਹਾ ਦਾ। ਜੇ ਕਿਸੇ ਕਾਲਜ ਵਾਲੇ ਨੇ ਰੱਖਣਾ ਹੈ ਤਾਂ ਇਹ ਸੋਚੇਗਾ ਕਿ ਇਸ ਕੋਲ ਕਾਲਜ ਸਕੂਲ ਦਾ ਐਕਸਪੀਰੀਅੰਸ ਹੈ ਜਾਂ ਕਾਲਜ ਦਾ ਐਕਸਪੀਰੀਅੰਸ ਹੈ। ਉਸ ਤੋਂ ਬਾਅਦ ਅਕੋਰਡਿੰਗ ਟੂ ਨੀਡ, ਜਿਸ ਤਰੀਕੇ ਦੀ ਉਸਦੀ ਨੀਡ ਹੈ ਉਸ ਦੇ ਬਿਹਾਫ ਤੇ ਜਿਹੜੀ ਹੈ ਉਸਦੀ ਵਰਕਰ ਦੀ ਜਿਹੜੀ ਹੈ ਸੈਲਰੀ ਜਿਹੜੀ ਹੈ ਨਿਯਤ ਕੀਤੀ ਜਾਂਦੀ ਹੈ। ਰਿਮਿਊਨਰੇਸ਼ਨ ਆਫ ਪਰਸਨਲ, ਉਸ ਵਰਕਰ ਦੀ ਤਨਖਾਹ ਨੂੰ ਫਿਕਸ ਕੀਤਾ ਜਾਣਾ ਚਾਹੀਦਾ ਹੈ। ਉਸ ਦੇ ਨਾਲ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਉਸ ਪਰਸਨ ਨੂੰ ਅਕੋਰਡਿੰਗ ਟੂ ਹਿਸ ਕੁਆਲੀਫਿਕੇਸ਼ਨ, ਅਕੋਰਡਿੰਗ ਟੂ ਹਿਸ ਐਕਸਪੀਰੀਅੰਸ, ਅਕੋਰਡਿੰਗ ਟੂ ਹਿਸ ਜਿਹੜੀ ਉਹਦੇ ਕੋਲ ਇੰਟੈਲੀਜੈਂਸੀ ਹੈ, ਸਕਿੱਲਸ, ਕਿਉਂਕਿ ਸਕਿੱਲਸ ਨਹੀਂ ਹਰੇਕ ਕੁਆਲੀਫਿਕੇਸ਼ਨ ਤਾਂ ਹਰੇਕ ਕੋਈ ਲੈ ਲੈਂਦਾ ਪਰ ਸਕਿੱਲ ਇਜ਼ ਮੈਟਰ ਇਜ਼ ਗ੍ਰੇਟਰ ਦੈਨ ਕੁਆਲੀਫਿਕੇਸ਼ਨ। ਜਿਹੜੀ ਸਕਿੱਲ ਹੈ ਉਹ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਕੁਆਲੀਫਿਕੇਸ਼ਨ ਦੇ ਨਾਲ, ਕਿਉਂਕਿ ਜੇ ਉਸਦੇ ਕੋਲ ਇਹ ਕੁਆਲੀਫਿਕੇਸ਼ਨ ਹੈ ਬਟ ਹੀ ਡਸਨਟ ਨੋ ਹਾਊ ਟੂ ਟੀਚ ਤਾਂ ਜਿਹੜੀ ਦੀ ਕੁਆਲੀਫਿਕੇਸ਼ਨ ਉਹ ਵੀ ਜ਼ੀਰੋ ਹੈ। ਤਾਂ ਇਸ ਕਰਕੇ ਜੇ ਉਹਦੇ ਕੋਲ ਇਹ ਸਕਿੱਲ ਹੈ ਤਾਂ ਉਸ ਸਕਿੱਲ ਨੂੰ ਵੀ ਮਾਇਨੇ ਵਿੱਚ ਰੱਖ ਕੇ ਕਿ ਇਹਦੇ ਕੋਲ ਕਿਸ ਤਰ੍ਹਾਂ ਦੀ ਸਕਿੱਲ ਹੈ ਉਸ ਨੂੰ ਜੱਜ ਕਰਕੇ ਹੀ ਜਿਹੜੀ ਉਸਦੀ ਤਨਖਾਹ ਜਿਹੜੀ ਹੈ ਉਸਦੀ ਸੈਲਰੀ ਜਿਹੜੀ ਹੈ ਉਸ ਨੂੰ ਫਿਕਸ ਕੀਤਾ ਜਾਣਾ ਚਾਹੀਦਾ ਹੈ। ਇਟ ਇਜ਼ ਆਲਸੋ ਦਾ 7th ਪ੍ਰਿੰਸੀਪਲ ਆਫ ਹੈਨਰੀ ਫਾਇਲਸ ਸਾਇੰਟਿਫਿਕ ਮੈਨੇਜਮੈਂਟ। नेक्स्ट है सेंट्रलाइजेशन। 8th point है बेटे सेंट्रलाइजेशन। और सेंट्रलाइजेशन की है कहते ਜਿਹੜੀਆਂ ਛੋਟੀਆਂ ਲਾਇਬ੍ਰੇਰੀਆਂ ਹੁੰਦੀਆਂ ਨੇ ਉਸ ਦੇ ਵਿੱਚ ਇੱਕੋ ਹੀ ਲਾਇਬ੍ਰੇਰੀਅਨ ਹੁੰਦਾ। ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਤੇ ਉਸ ਲਾਇਬ੍ਰੇਰੀ ਦੇ ਵਿੱਚ ਸਾਰਾ ਕੰਮ ਹੀ ਉਹ ਲਾਇਬ੍ਰੇਰੀਅਨ ਕਰਦਾ ਹੈ। ਬੁੱਕਸ ਨੂੰ ਮੰਗਵਾਉਣ ਤੋਂ ਲੈ ਕੇ ਡਿਸਟ੍ਰੀਬਿਊਸ਼ਨ ਤੱਕ और मिसप्लेस होने तक सारियां जिन्नियां भी गतिविधियां चाहे वो बुक्स की सिलेक्शन करनी है, चाहे वो बुक्स ਨੂੰ ਚੜਾਉਣਾ ਹੈ ਜਾਂ ਉਹਦੀ ਕਲਾਸੀਫਿਕੇਸ਼ਨ ਕਰਨੀ ਹੈ, ਕੈਟਾਲੋਗਿੰਗ ਕਰਨੀ ਹੈ, ਸਰਕੂਲੇਟ ਕਰਨਾ ਮਤਲਬ ਇਸ਼ੂ ਜਾਂ ਰਿਟਰਨ ਕਰਨਾ ਬੱਚਿਆਂ ਨੂੰ, ਜਾਂ ਉਸ ਤੋਂ ਬਾਅਦ ਜੇ ਲੇਟ ਹੋ ਰਹੀ ਹੈ ਤਾਂ ਉਸ ਦੇ ਲਈ ਰਿਮਾਈਂਡਰ ਭੇਜਣਾ ਜਾਂ ਫਾਈਨ ਲਗਾਉਣਾ, ਜਿੰਨੀਆਂ ਵੀ ਐਕਟੀਵਿਟੀਜ਼ ਹੈ ਉਹ ਕੀ ਕੀਤਾ ਜਾਂਦਾ ਛੋਟੀ ਲਾਇਬ੍ਰੇਰੀ ਦੇ ਵਿੱਚ ਇੱਕ ਸਿੰਗਲ ਹੈਂਡ ਲਾਇਬ੍ਰੇਰੀਅਨ ਹੀ ਜੋ ਹੈ ਇਸ ਚੀਜ਼ ਨੂੰ ਕੰਪਲੀਟ ਕਰ ਲੈਂਦਾ ਹੈ। ਤਾਂ ਵੱਡੀਆਂ ਲਾਇਬ੍ਰੇਰੀ ਦੇ ਵਿੱਚ ਉਹੀ ਡੀਸੈਂਟਰਲਾਈਜੇਸ਼ਨ ਕਹਿੰਦੇ ਵਿਕੇਂਦਰੀਕਰਨ ਕਰ ਦਿੱਤਾ ਜਾਂਦਾ ਹੈ, ਯਾਨੀ ਕਿ ਹਰੇਕ ਡਿਪਾਰਟਮੈਂਟ ਦਾ ਲਾਇਬ੍ਰੇਰੀ ਹਰੇਕ ਸੈਕਸ਼ਨ ਬਣ ਹੁੰਦਾ ਹੈ। ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਯੂਨੀਵਰਸਿਟੀ ਲਾਇਬ੍ਰੇਰੀ ਦੇ ਵਿੱਚ ਕਿਹੜੇ ਸੈਕਸ਼ਨ ਹੁੰਦੇ ਆ, ਐਕੁਜੀਸ਼ਨ ਸੈਕਸ਼ਨ ਹੁੰਦਾ ਹੈ, ਮੇਨਟੇਨੈਂਸ ਸੈਕਸ਼ਨ ਹੁੰਦਾ ਹੈ, ਟੈਕਨੀਕਲ ਸੈਕਸ਼ਨ ਹੈ, ਪੀਰੀਓਡਿਕਲ ਸੈਕਸ਼ਨ ਹੈ, ਰੈਫਰੈਂਸ ਸੈਕਸ਼ਨ ਹੈ, ਡੈਜ਼ਰਟੇਸ਼ਨ ਸੈਕਸ਼ਨ ਹੈ, ਆਪਣਾ ट्रांसलेशन सैक्शन है। तो जिन्ने भी सैक्शन है हरेक दे हेड अलग होंगे ने तो उस क्योंकि एक सेंटर एक परसन जिहड़ा है वो सारे काम नहीं कर सकता तो उस लिए की करना पैंदा उन्होंने विकेंद्रीकरण करना पैंदा, डीसेंट्रलाइजेशन करना पैंदा। तो डीसेंट्रलाइजेशन की जो
डिपार्टमेंटल लाइब्रेरीज हो जाती हैं जिवें बुक सिलेक्शन करनी है ਤਾਂ ਉਹ ਕੀ ਹੈ ਕਿ ਛੋਟੀ ਲਾਇਬ੍ਰੇਰੀ ਤੇ ਇੱਕ ਸਿੰਗਲ ਪਰਸਨ ਕਰ ਦਿੰਦਾ ਪਰ ਜਿਵੇਂ ਹੀ ਵੱਡੀ ਲਾਇਬ੍ਰੇਰੀਜ਼ ਆ ਜਾਂਦੀਆਂ ਨੇ ਜਾਂ ਯੂਨੀਵਰਸਿਟੀ ਲਾਇਬ੍ਰੇਰੀਜ਼ ਆ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਡਿਪਾਰਟਮੈਂਟ ਦੀ ਇੱਕ ਅਲੱਗ-ਅਲੱਗ ਲਾਇਬ੍ਰੇਰੀ ਹੁੰਦੀ ਹੈ ਹਰੇਕ ਡਿਪਾਰਟਮੈਂਟ ਦੇ ਵਿੱਚ ਇੱਕ ਲਾਇਬ੍ਰੇਰੀ ਹੁੰਦੀ ਹੈ ਤਾਂ ਜਦੋਂ ਬੁੱਕ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ ਤਾਂ ਉਹਨਾਂ ਡਿਪਾਰਟਮੈਂਟਸ ਤੋਂ ਉਹਨਾਂ ਦੀ ਰਿਕੁਆਇਰਮੈਂਟ ਪੁੱਛੀ ਜਾਂਦੀ ਹੈ ਕਿ ਤੁਹਾਡੀਆਂ ਲਾਇਬ੍ਰੇਰੀਜ਼ ਦੇ ਵਿੱਚ किस तरह की बुक्स की रिक्वायरमेंट है तो कहते उत्थे जेकर सेंट्रल लाइब्रेरी ही अपने अकॉर्डिंग टू अपने हिसाब नाल जेकर अकॉर्डिंग टू हिमसेल्फ या हरसेल्फ वो अपनी बुक्स मंगवा लैंदा तो वो जड़ियां बुक्स यूजफुल इंनियां नहीं होणगियां ते जेकर उस बारे एक डिपार्टमेंटल लाइब्रेरियन दसदा है कि हाँ ये रिक्वायरमेंट हैगी है तो बुक्स का जड़ा यूज भी ज़्यादा होएगा तो इसलिए सेंट्रलाइजेशन की गल जिथे करिए सेंट्रलाइजेशन का मतलब है कि सारी ही रिक्वायरमेंट है एक जगह के उत्ते आ जाती है एक जगह के उत्ते उसकी सिलेक्शन हो जाती है तो ये बहुत ज़्यादा जरूरी भी है जिस दे नाल कि वेस्टेज ऑफ मनी जिहड़ी आ नहीं हुंदी ते क्योंकि डिपार्टमेंट लाइब्रेरी ने अपनी प्रॉब्लम दसती भी अपनी जिहड़ी रिक्वायरमेंट दसती तो सेंट्रल लाइब्रेरी उसे ही रिक्वायरमेंट को कंप्लीट कर लैंदी है ये नहीं कि उधर लगन वालियां या इधर लगन वालियां तो ਉਹਦੇ ਨਾਲ ਵੀ ਕੀ वेस्टेज ऑफ मनी हो जाती है तो कहते इसलिए क्या जाता है कि सेंट्रलाइजेशन जरूरी है अलग-अलग होने के बावजूद भी जड़ा है उनका इकट्ठा होना जरूरी है तो बेटे ये सी 8 पॉइंट्स नेक्स्ट ਜਿਹੜੇ कुछ पॉइंट्स ਆਪਾਂ नेक्स्ट टॉपिक ਦੇ ਵਿੱਚ नेक्स्ट लेक्चर ਦੇ ਵਿੱਚ डिस्कस ਕਰਾਂਗੇ ਇਸ ਤੋਂ नेक्स्ट पॉइंट ठीक है जी थैंक यू एंड हैव अ